ਅੱਜ ਅਸੀਂ ਪਰਮੇਸ਼ਵਰ ਦੇ ਹੁਕਮ ਅਤੇ ਮੁਕਤੀ ਦਾ ਰਾਹ ਇਸ ਉਪਦੇਸ਼ ਲੇਖ ਨਾਲ ਪਰਮੇਸ਼ਵਰ ਦੇ ਵਚਨ ਦਾ ਅਧਿਐਨ ਕਰੀਏ। ਬਾਈਬਲ ਦੀਆਂ ਸਿੱਖਿਆਵਾਂ ਦੁਆਰਾ ਆਓ ਅਸੀਂ ਜਾਣੀਏ ਕਿ ਪਰਮੇਸ਼ਵਰ ਦੇ ਹੁਕਮ ਕਿੰਨੇ ਕੀਮਤੀ ਹਨ। ਇੱਕ ਮਨੋਵਿਗਿਆਨਿਕ ਨੇ ਇੱਕ ਅਮੀਰ ਸ਼ਹਿਰ ਵਿੱਚ ਲੋਕਾਂ ਦੇ ਅਪਰਾਧਾਂ ਦਾ ਕਾਰਨ ਬਣਨ ਵਾਲੇ ਮਨੋਵਿਗਿਆਨ ਦਾ ਅਧਿਐਨ ਕਰਨ ਦੇ ਲਈ ਕੁਝ ਦਿਨਾਂ ਦੇ ਲਈ ਸੜਕ ਤੇ ਇੱਕ ਲਗਜ਼ਰੀ ਕਾਰ ਛੱਡ ਦਿੱਤੀ ਅਤੇ ਉਸਨੇ ਪਿੱਛੇ ਦੀ ਡਿੱਕੀ ਵੀ ਖੁੱਲੀ ਰੱਖੀ। ਕਾਫੀ ਦਿਨ ਬੀਤ ਗਏ ਪਰ ਕਾਰ ਨੂੰ ਕੁਝ ਨਹੀਂ ਹੋਇਆ ਸੀ, ਕਿਉਂਕਿ ਇਹ ਇੱਕ ਅਮੀਰ ਸ਼ਹਿਰ ਸੀ। ਤਦ ਭਾਵੇਂ ਹੀ ਉਹ ਮਹਿੰਗੀ ਕਾਰ ਸੀ, ਪਰ ਕਾਰ ਲੋਕਾਂ ਨੂੰ ਅਪਰਾਧ ਕਰਨ ਦੇ ਲਈ ਨਹੀਂ ਭਰਮਾ ਸਕੀ। ਮਨੋਵਿਗਿਆਨਿਕ ਨੇ ਤਦ ਉਸਦੀ ਇੱਕ ਖਿੜਕੀ ਨੂੰ ਤੋੜ ਦਿੱਤਾ। ਖਿੜਕੀ ਤੋੜਨ ਦੇ ਬਾਅਦ ਉਸ ਅਮੀਰ ਸ਼ਹਿਰ ਵਿੱਚ ਕੁਝ ਅਜੀਬ ਘਟਨਾਵਾਂ ਵਾਪਰਨ ਲੱਗੀਆਂ। ਕਾਰ ਦੇ ਅੰਦਰ ਮੌਜੂਦ ਮਹਿੰਗੇ ਸਮਾਨ ਇੱਕ ਇੱਕ ਕਰਕੇ ਗਾਇਬ ਹੋਣ ਲੱਗੇ। ਉਸ ਕਾਰ ਵਿੱਚ ਮੌਜੂਦ ਚੀਜ਼ਾਂ ਉਸ ਸ਼ਹਿਰ ਦੇ ਅਮੀਰ ਲੋਕਾਂ ਦੇ ਲਈ ਮਾਮੂਲੀ ਸੀ। ਫਿਰ ਵੀ ਟੁੱਟੀ ਹੋਈ ਖਿੜਕੀ ਨੇ ਕਾਨੂੰਨ ਦਾ ਪਾਲਣ ਕਰਨ ਵਾਲੇ ਨਿਵਾਸੀਆਂ ਦੇ ਮਨ ਵਿੱਚ ਅਪਰਾਧ ਕਰਨ ਦੀ ਮਾਨਸਿਕਤਾ ਨੂੰ ਜਨਮ ਦਿੱਤਾ। ਟਾਇਰ ਵਰਗੇ ਕਾਰ ਦੇ ਸਾਰੇ ਜ਼ਰੂਰੀ ਹਿੱਸੇ ਚੋਰੀ ਹੋ ਗਏ। ਅੰਤ ਵਿੱਚ ਸਿਰਫ ਕਾਰ ਦਾ ਢਾਂਚਾ ਬਚਿਆ ਸੀ। ਇਸ ਅਮੀਰ ਸ਼ਹਿਰ ਵਿੱਚ ਇਸ ਤਰ੍ਹਾਂ ਦੀ ਅਜੀਬ ਘਟਨਾ ਵਾਪਰੀ। ਲੋਕ ਹੈਰਾਨ ਹੋ ਗਏ ਸੀ। ਅਸੀਂ ਅਪਰਾਧਿਕ ਖੇਤਰ ਵਿੱਚ ਅਪਰਾਧ ਦੀ ਦਰ ਨੂੰ ਕਿਵੇਂ ਘੱਟ ਕਰ ਸਕਦੇ ਹਾਂ? ਅਨੇਕ ਤਰੀਕਿਆਂ ਦੀ ਤਲਾਸ਼ ਕਰਦੇ ਹੋਏ ਉਹਨਾਂ ਨੇ ਕੰਧ ਚਿੱਤਰਕਾਰੀ ਹਟਾਉਣ ਦੀ ਇੱਕ ਮੁਹਿੰਮ ਚਲਾਉਣ ਦਾ ਫੈਸਲਾ ਕੀਤਾ। ਜਦੋਂ ਤੋਂ ਕੰਧ ਚਿੱਤਰਕਾਰੀ ਹਟਾਉਣ ਦੀ ਮੁਹਿੰਮ ਸ਼ੁਰੂ ਹੋਈ, ਕੁਝ ਹੀ ਮਹੀਨਿਆਂ ਵਿੱਚ ਅਪਰਾਧ ਦਰ ਵਿੱਚ ਪ੍ਰਭਾਵਸ਼ਾਲੀ ਰੂਪ ਨਾਲ ਕਮੀ ਆਈ। ਸਿਰਫ 1 ਸਾਲ ਦੇ ਬਾਅਦ ਅਪਰਾਧ ਦੀ ਦਰ ਲਗਭਗ 40% ਘੱਟ ਹੋਈ। ਇਸ ਮਾਮਲੇ ਦੁਆਰਾ ਅਸੀਂ ਮਨੁੱਖਾਂ ਦੀ ਮਾਨਸਿਕ ਪ੍ਰਕਿਰਿਆ ਦੇ ਵਿਸ਼ੇ ਵਿੱਚ ਇੱਕ ਮਹੱਤਵਪੂਰਨ ਸਬਕ ਸਿੱਖ ਸਕਦੇ ਹਾਂ। ਇੱਕ ਵਿਅਕਤੀ ਦੀ ਛੋਟੀ ਅਪਰਾਧਿਕ ਗਤੀਵਿਧੀ ਕਾਫੀ ਅਪਰਾਧਾਂ ਨੂੰ ਜਨਮ ਦੇ ਸਕਦੀ ਹੈ ਅਤੇ ਇੱਕ ਸਫਾਈ ਅੰਦੋਲਨ ਕਾਫੀ ਲੋਕਾਂ ਦੀ ਅਪਰਾਧ ਕਰਨ ਦੀ ਇੱਛਾ ਨੂੰ ਮਾਰ ਸਕਦਾ ਹੈ। ਵਿਦਵਾਨਾਂ ਨੇ ਸਿੱਟਾ ਕੱਢਿਆ ਕਿ ਅਪਰਾਧ ਦਰ ਘੱਟ ਕਰਨ ਦਾ ਤਰੀਕਾ ਪੁਲਿਸ ਅਪਰਾਧੀਆਂ ਦੀ ਗਿਣਤੀ ਵਧਾਉਣਾ ਨਹੀਂ, ਪਰ ਸਾਡੇ ਵਾਤਾਵਰਣ ਨੂੰ ਸਾਫ਼ ਰੱਖਣਾ ਹੈ। ਅੱਜ ਇਹ ਕਹਾਣੀ ਮੈਂ ਤੁਹਾਡੇ ਨਾਲ ਇਸ ਲਈ ਸਾਂਝਾ ਕਰ ਰਿਹਾ ਹਾਂ ਕਿ ਸਾਡੇ ਦੁਸ਼ਮਣ ਸ਼ੈਤਾਨ ਨੇ ਛੋਟੇ ਅਪਰਾਧਾਂ ਤੋਂ ਸ਼ੁਰੂ ਕਰਕੇ ਪਰਮੇਸ਼ਵਰ ਦੇ ਨਿਯਮ, ਵਿਵਸਥਾ ਅਤੇ ਹੁਕਮਾਂ ਨੂੰ ਤੋੜਨਾ ਸ਼ੁਰੂ ਕੀਤਾ। ਇੱਕ ਖਿੜਕੀ ਨੂੰ ਤੋੜਨ ਵਰਗੇ ਛੋਟੇ ਅਪਰਾਧ ਦੇ ਬਾਅਦ ਲੋਕਾਂ ਦੀ ਮਾਨਸਿਕਤਾ ਕਿਵੇਂ ਬਦਲ ਗਈ? ਉਹ ਕਾਫੀ ਗੰਭੀਰ ਅਪਰਾਧ ਕਰਨ ਦੇ ਲਈ ਕਾਫੀ ਨਿਡਰ ਹੋ ਗਏ। ਇਹ ਸੋਚਦੇ ਹੋਏ ਕੀ ਫਰਕ ਪੈਂਦਾ ਹੈ ਕਿ ਅਸੀਂ ਸ਼ਨੀਵਾਰ ਨੂੰ ਆਰਾਧਨਾ ਕਰਦੇ ਹਾਂ ਜਾਂ ਐਤਵਾਰ ਨੂੰ? ਇਸ ਵਿੱਚ ਸਿਰਫ ਇੱਕ ਹੀ ਦਿਨ ਦਾ ਫਰਕ ਹੁੰਦਾ ਹੈ। ਉਹਨਾਂ ਨੇ ਸਬਤ ਦੇ ਦਿਨ ਤੋਂ ਸ਼ੁਰੂ ਕਰਦੇ ਹੋਏ ਪਰਮੇਸ਼ਵਰ ਦੇ ਹੁਕਮਾਂ ਨੂੰ ਤੋੜਨਾ ਸ਼ੁਰੂ ਕੀਤਾ। ਉਸੇ ਤਰ੍ਹਾਂ ਉਹਨਾਂ ਨੇ ਨਵੇਂ ਨੇਮ ਪਸਾ ਸਹਿਤ ਪਰਮੇਸ਼ਵਰ ਦੇ ਪਰਵਾਂ ਨੂੰ ਤੋੜ ਦਿੱਤਾ। ਅੰਤ ਵਿੱਚ ਲੋਕਾਂ ਨੇ ਨਵੇਂ ਨੇਮ ਦੇ ਨਿਰਮਾਤਾ ਪਰਮੇਸ਼ਵਰ ਦਾ ਵੀ ਇਨਕਾਰ ਕੀਤਾ, ਜਿਨ੍ਹਾਂ ਨੇ ਮਨੁੱਖ ਜਾਤੀ ਦੀ ਮੁਕਤੀ ਦੇ ਲਈ ਨਿਯਮ, ਹੁਕਮ ਅਤੇ ਵਿਵਸਥਾਵਾਂ ਬਣਾਈਆਂ। ਇਸ ਲਈ ਪਰਮੇਸ਼ਵਰ ਦੂਸਰੀ ਵਾਰ ਧਰਤੀ ਤੇ ਆਏ। ਪਿਤਾ ਅਨਸੰਗ ਜੀ ਅਤੇ ਸਵਰਗੀ ਮਾਤਾ ਧਰਤੀ ਤੇ ਆਏ ਅਤੇ ਬਾਈਬਲ ਦੀਆਂ ਸਾਰੀਆਂ ਭਵਿੱਖਬਾਣੀਆਂ ਨੂੰ, ਜਿਵੇਂ ਕਿ ਸਬਤ ਦਾ ਦਿਨ, ਪਸਾ ਅਤੇ ਨਵੇਂ ਨੇਮ ਦੇ ਸਾਰੇ ਪਰਬਾਂ ਨੂੰ ਇੱਕ ਇੱਕ ਕਰਕੇ ਦੁਬਾਰਾ ਸਥਾਪਿਤ ਕੀਤਾ। ਅੱਜ ਵੀ ਉਹ ਮੁਕਤੀ ਦੇ ਵੱਲ ਸਾਡੀ ਅਗਵਾਈ ਕਰ ਰਹੇ ਹਨ। ਉਹਨਾਂ ਨੇ ਸਾਨੂੰ ਸਿੱਖਿਆ ਦਿੱਤੀ ਕਿ ਪਰਮੇਸ਼ਵਰ ਦੇ ਹੁਕਮ ਕਿੰਨੇ ਮਹੱਤਵਪੂਰਨ ਹਨ ਅਤੇ ਸਬਤ ਦਾ ਦਿਨ ਕਿੰਨਾ ਕੀਮਤੀ ਹੈ। ਉਹਨਾਂ ਨੇ ਇੱਕ ਇੱਕ ਕਰਕੇ ਪਰਮੇਸ਼ਵਰ ਦੇ ਨਿਯਮਾਂ, ਹੁਕਮਾਂ ਅਤੇ ਵਿਵਸਥਾਵਾਂ ਨੂੰ ਦੁਬਾਰਾ ਸਥਾਪਿਤ ਕੀਤਾ ਅਤੇ ਸਾਨੂੰ ਉਹਨਾਂ ਦੇ ਸਾਰੇ ਅਰਥ ਸਿਖਾਏ। ਭਾਵੇਂ ਹੀ ਆਲੀਸ਼ਾਨ ਕਾਰ ਕਾਫੀ ਦਿਨਾਂ ਦੇ ਲਈ ਅਮੀਰ ਸ਼ਹਿਰ ਵਿੱਚ ਛੱਡ ਦਿੱਤੀ ਗਈ ਸੀ, ਪਰ ਲੋਕਾਂ ਨੂੰ ਉਸ ਵਿੱਚ ਕੋਈ ਦਿਲਚਸਪੀ ਨਹੀਂ ਸੀ। ਪਰ ਇੱਕ ਵਾਰ ਖਿੜਕੀ ਦੇ ਟੁੱਟ ਜਾਣ ਤੋਂ ਬਾਅਦ ਉਹਨਾਂ ਨੇ ਉਸ ਕਾਰ ਵਿੱਚ ਦਿਲਚਸਪੀ ਦਿਖਾਉਣਾ ਸ਼ੁਰੂ ਕਰ ਦਿੱਤਾ।
ਉਹਨਾਂ ਨੂੰ ਕਿਸ ਚੀਜ਼ ਵਿੱਚ ਦਿਲਚਸਪੀ ਸੀ? ਉਹਨਾਂ ਨੂੰ ਅਪਰਾਧ ਵਿੱਚ ਦਿਲਚਸਪੀ ਸੀ। ਇੱਥੋਂ ਅਪਰਾਧ ਕਰਨ ਦੀ ਇੱਛਾ ਪੈਦਾ ਹੋਈ। ਜਿਵੇਂ ਹੀ ਪਰਮੇਸ਼ਵਰ ਦੀ ਵਿਵਸਥਾਵਾਂ ਵਿੱਚੋਂ ਇੱਕ ਨੂੰ ਨਸ਼ਟ ਕਰ ਦਿੱਤਾ ਗਿਆ, ਤਦ ਪਰਮੇਸ਼ਵਰ ਦੇ ਸਾਰੇ ਹੋਰ ਨਿਯਮਾਂ ਦੇ ਨਾਲ ਕੀ ਹੋਣ ਲੱਗਾ? ਲੋਕ ਪਰਮੇਸ਼ਵਰ ਦੇ ਨਿਯਮਾਂ, ਹੁਕਮਾਂ ਅਤੇ ਵਿਵਸਥਾਵਾਂ ਨੂੰ ਤੁੱਛ ਮੰਨਣ ਲੱਗੇ। ਭਾਵੇਂ ਅਸੀਂ ਸਬਤ ਦਾ ਦਿਨ ਮਨਾਈਏ ਜਾਂ ਐਤਵਾਰ, ਪਸਾ ਮਨਾਈਏ ਜਾਂ ਕ੍ਰਿਸਮਸ, ਇਸ ਤੋਂ ਕੀ ਫਰਕ ਪੈਂਦਾ ਹੈ? ਬਸ ਪਰਮੇਸ਼ਵਰ ਤੇ ਵਿਸ਼ਵਾਸ ਰੱਖਣਾ ਹੀ ਮਾਇਨੇ ਰੱਖਦਾ ਹੈ। ਜਦੋਂ ਉਹ ਇਸ ਤਰ੍ਹਾਂ ਨਾਲ ਸੋਚਣ ਲੱਗੇ, ਤਦ ਉਹਨਾਂ ਨੇ ਪਰਮੇਸ਼ਵਰ ਦੇ ਨਾਲ ਕੀ ਕੀਤਾ? ਜਿਨ੍ਹਾਂ ਨੇ ਸਾਨੂੰ ਪਸਾ ਅਤੇ ਸਬਤ ਦੇ ਦਿਨ ਨਾਲ ਨਵਾਂ ਨੇਮ ਦਿੱਤਾ, ਉਹਨਾਂ ਨੇ ਪਰਮੇਸ਼ਵਰ ਦੇ ਨਾਲ ਕਿਸ ਤਰ੍ਹਾਂ ਦਾ ਵਰਤਾਵ ਕੀਤਾ? ਉਹਨਾਂ ਨੇ ਪਰਮੇਸ਼ਵਰ ਦੀ ਮੌਜੂਦਗੀ ਦੀ ਅਣਗਹਿਲੀ ਕੀਤੀ। ਇਹ ਸ਼ੈਤਾਨ ਦੀ ਯੋਜਨਾ ਸੀ। ਹਾਲਾਂਕਿ ਪਰਮੇਸ਼ਵਰ ਨੇ ਉਹਨਾਂ ਸਾਰੇ ਸੱਚ ਬਾਰੇ ਕੀ ਕੀਤਾ ਜਿਨ੍ਹਾਂ ਨੂੰ ਸ਼ੈਤਾਨ ਨੇ ਨਸ਼ਟ ਕਰ ਦਿੱਤਾ ਸੀ? ਪਰਮੇਸ਼ਵਰ ਨੇ ਇੱਕ ਇੱਕ ਕਰਕੇ ਸੱਚ ਨੂੰ ਦੁਬਾਰਾ ਸਥਾਪਿਤ ਕੀਤਾ। ਪਰਮੇਸ਼ਵਰ ਨੇ ਸਬਤ ਦੇ ਦਿਨ ਅਤੇ ਪਸਾ ਨੂੰ ਦੁਬਾਰਾ ਸਥਾਪਿਤ ਕੀਤਾ ਜਿਨ੍ਹਾਂ ਨੂੰ ਨਸ਼ਟ ਕਰ ਦਿੱਤਾ ਗਿਆ ਸੀ। ਪਰਮੇਸ਼ਵਰ ਨੇ ਨਵੇਂ ਨੇਮ ਅਤੇ ਪਰਬਾਂ ਨੂੰ ਦੁਬਾਰਾ ਸਥਾਪਿਤ ਕੀਤਾ ਜੋ ਨਸ਼ਟ ਹੋ ਗਏ ਸੀ। ਨਿਊਯਾਰਕ ਵਿੱਚ ਅਪਰਾਧ ਦਰ ਨੂੰ ਘੱਟ ਕਰਨ ਦੇ ਲਈ ਬੇਸ਼ੱਕ ਪੁਲਿਸ ਵਰਗੀ ਮਨੁੱਖੀ ਸ਼ਕਤੀ ਦੀ ਜ਼ਰੂਰਤ ਹੈ। ਹਾਲਾਂਕਿ ਇਹ ਸਿਰਫ ਅਪਰਾਧੀਆਂ ਨੂੰ ਫੜਨ ਵਿੱਚ ਪ੍ਰਭਾਵੀ ਸੀ। ਜਦੋਂ ਕੰਧ ਦੀ ਚਿੱਤਰਕਾਰੀ ਨੂੰ ਹਟਾਉਣ ਵਰਗਾ ਇੱਕ ਅਲੱਗ ਉਪਾਅ ਕੀਤਾ ਗਿਆ, ਤਦ ਆਲੇ ਦੁਆਲੇ ਦੇ ਵਾਤਾਵਰਣ ਵਿੱਚ ਸੁਧਾਰ ਹੋਇਆ ਅਤੇ ਲੋਕਾਂ ਦੀ ਅਪਰਾਧ ਕਰਨ ਦੀ ਇੱਛਾ ਘੱਟ ਹੋ ਗਈ, ਕਿਉਂਕਿ ਸਾਨੂੰ ਸਵਰਗ ਵਿੱਚ ਕੀਤੇ ਗਏ ਪਾਪਾਂ ਦੇ ਕਰਕੇ ਧਰਤੀ ਤੇ ਸੁੱਟ ਦਿੱਤਾ ਗਿਆ। ਇਸ ਲਈ ਪਰਮੇਸ਼ਵਰ ਨੇ ਸਾਨੂੰ ਆਪਣੇ ਨਿਯਮਾਂ, ਹੁਕਮਾਂ, ਵਿਵਸਥਾ ਅਤੇ ਨਵੇਂ ਨੇਮ ਦੇ ਸੱਚ ਨੂੰ ਸੰਪੂਰਨ ਮੰਨਣਾ ਸਿਖਾਇਆ, ਤਾਂ ਜੋ ਅਸੀਂ ਫਿਰ ਕਦੀ ਪਾਪ ਨਾ ਕਰੀਏ। ਅੰਤ ਵਿੱਚ ਜੋ ਕੁਝ ਤੁੱਛ ਦਿਖਦਾ ਹੈ, ਉਹ ਸਾਡੀ ਆਤਮਾਵਾਂ ਨੂੰ ਨਸ਼ਟ ਕਰ ਸਕਦਾ ਹੈ। ਸਾਨੂੰ ਕਿਸੇ ਵੀ ਸਿੱਖਿਆ ਨੂੰ ਤੁੱਛ ਨਹੀਂ ਮੰਨਣਾ ਚਾਹੀਦਾ। ਇਸ ਲਈ ਅੱਜ ਆਓ ਅਸੀਂ ਬਾਈਬਲ ਦੁਆਰਾ ਸਿੱਖੀਏ ਕਿ ਪਰਮੇਸ਼ਵਰ ਦੇ ਹੁਕਮਾਂ ਨੂੰ ਮੰਨਣਾ ਸਾਡੀ ਆਤਮਾਵਾਂ ਨੂੰ ਬਚਾਉਣ ਦਾ ਰਾਹ ਹੈ। ਅੱਜ ਕੱਲ ਗਰਮੀ ਬਹੁਤ ਪੈ ਰਹੀ ਹੈ। ਜਦੋਂ ਵੀ ਗਰਮੀ ਹੁੰਦੀ ਹੈ, ਤਦ ਮੈਨੂੰ ਲੱਗਦਾ ਹੈ ਕਿ ਪਰਮੇਸ਼ਵਰ ਸਾਨੂੰ ਕੁਦਰਤ ਦੁਆਰਾ ਇੱਕ ਵਿਵਹਾਰਕ ਸਬਕ ਦੇ ਰਹੇ ਹਨ। ਇਹ ਇੰਨਾ ਗਰਮ ਹੋ ਚੁੱਕਾ ਸੀ ਕਿ ਕੁਝ ਯੂਰਪੀ ਦੇਸ਼ਾਂ ਵਿੱਚ ਤਾਪਮਾਨ 50 ਡਿਗਰੀ ਸੈਲਸੀਅਸ ਤੱਕ ਚੜ੍ਹ ਗਿਆ। ਹੁਣ ਮੌਸਮ ਦੇ ਬਦਲਣ ਕਰਕੇ ਗਰਮੀ ਰੋਜ਼ ਰਿਕਾਰਡ ਤੋੜ ਰਹੀ ਹੈ। ਇਸ ਝੁਲਸਾ ਦੇਣ ਵਾਲੇ ਮੌਸਮ ਨਾਲ ਮੈਂ ਸੋਚਦਾ ਹਾਂ, ਇਸ ਗਰਮ ਮੌਸਮ ਵਿੱਚ ਰਹਿਣਾ ਇੱਕ ਤਸੀਹਾ ਹੈ। ਤਦ ਜੇਕਰ ਅਸੀਂ ਇਸ ਤਰ੍ਹਾਂ ਦੀ ਜਗ੍ਹਾ ਰਹੀਏ ਜਿੱਥੇ ਉਹਨਾਂ ਦੇਸ਼ਾਂ ਦੀ ਤੁਲਨਾ ਵਿੱਚ ਜ਼ਿਆਦਾ ਗਰਮੀ ਹੁੰਦੀ ਹੈ, ਤਦ ਉੱਥੇ ਕਿੰਨੇ ਜ਼ਿਆਦਾ ਤਸੀਹੇ ਹੋਣਗੇ। ਲੂਕਾ ਅਧਿਆਇ 16 ਵਿੱਚ ਧਨੀ ਮਨੁੱਖ ਨੇ ਪਰਮੇਸ਼ਵਰ ਤੋਂ, ਜਿਨ੍ਹਾਂ ਨੂੰ ਅਬਰਾਹਮ ਦੇ ਰੂਪ ਵਿੱਚ ਦਰਸਾਇਆ ਗਿਆ ਹੈ, ਕਿਹਾ, ਕਿਰਪਾ ਲਾਜ਼ਰ ਨੂੰ ਭੇਜ ਦਿਓ ਤਾਂ ਜੋ ਉਹ ਆਪਣੀ ਉਂਗਲੀ ਦਾ ਸਿਰਾ ਪਾਣੀ ਵਿੱਚ ਭਿਓ ਕੇ ਮੇਰੀ ਜੀਭ ਨੂੰ ਠੰਡੀ ਕਰੇ। ਸਾਰੇ ਲੋਕੋ, ਜਦੋਂ ਪਾਣੀ ਵਿੱਚ ਭਿੱਜੀ ਹੋਈ ਉਂਗਲੀ ਦਾ ਪੋਟਾ ਸਾਡੀ ਜੀਭ ਨੂੰ ਛੂੰਹਦਾ ਹੈ, ਤਦ ਕੀ ਅਸੀਂ ਠੰਡਾ ਮਹਿਸੂਸ ਕਰ ਸਕਦੇ ਹਾਂ? ਹਾਲਾਂਕਿ ਅਨੰਤ ਨਰਕ ਇੱਕ ਇਸ ਤਰ੍ਹਾਂ ਦੀ ਜਗ੍ਹਾ ਹੈ ਜਿੱਥੇ ਆਤਮਾਵਾਂ ਪਾਣੀ ਦੀ ਇੱਕ ਛੋਟੀ ਜਿਹੀ ਬੂੰਦ ਦੇ ਲਈ ਵੀ ਤਰਸਦੀਆਂ ਹਨ। ਨਵੇਂ ਨੇਮ ਦਾ ਸੱਚ ਕਿੰਨਾ ਕੀਮਤੀ ਹੈ, ਜਿਸ ਦਾ ਅਸੀਂ ਹੁਣ ਪ੍ਰਚਾਰ ਕਰ ਰਹੇ ਹਨ। ਸਾਨੂੰ ਸਬਤ ਦੇ ਦਿਨ ਅਤੇ ਪਸਾ ਨੂੰ ਆਦਤ ਦੇ ਰੂਪ ਵਿੱਚ ਸਿਰਫ ਇਸ ਲਈ ਨਹੀਂ ਮੰਨਣਾ ਚਾਹੀਦਾ ਕਿਉਂਕਿ ਉਹ ਬਾਈਬਲ ਵਿੱਚ ਲਿਖੇ ਗਏ ਹਨ। ਇਸ ਦੇ ਬਜਾਏ ਸਾਨੂੰ ਉਹਨਾਂ ਨੂੰ ਕੀਮਤੀ ਮੰਨਣਾ ਚਾਹੀਦਾ ਹੈ। ਆਓ ਅਸੀਂ ਦ੍ਰਿਸ਼ਟਾਂਤ ਵਿੱਚ ਉਸ ਅਮੀਰ ਆਦਮੀ ਦੇ ਦੁਖੀ ਦਿਲ ਨੂੰ ਸਮਝੀਏ ਜਿਸ ਨੇ ਚੀਖ ਕੇ ਕਿਹਾ ਕਿ ਇਸ ਤਰ੍ਹਾਂ ਨਾ ਹੋਵੇ ਕਿ ਉਹ ਵੀ ਇਸ ਦਰਦ ਭਰੀ ਜਗ੍ਹਾ ਵਿੱਚ ਆਉਣ ਅਤੇ ਪਰਮੇਸ਼ਵਰ ਦੇ ਹੁਕਮਾਂ ਨੂੰ ਕੀਮਤੀ ਮੰਨਣ ਅਤੇ ਉਹਨਾਂ ਨੂੰ ਮਨਾਉਣ। ਆਓ ਅਸੀਂ ਯਸ਼ਾਇਆ ਅਧਿਆਇ 24 ਵਚਨ 1 ਤੇ ਜਾਈਏ। ਵੇਖੋ, ਯਹੋਵਾ ਧਰਤੀ ਨੂੰ ਸੁੰਨੀ ਕਰੇਗਾ ਅਤੇ ਉਹਨੂੰ ਵੀਰਾਨ ਕਰੇਗਾ, ਉਹਦੀ ਪਰਤ ਵਿਗਾੜ ਦੇਵੇਗਾ ਅਤੇ ਉਹਦੇ ਵਾਸੀਆਂ ਨੂੰ ਖਿਲਾਰ ਦੇਵੇਗਾ। ਤਾਂ ਇਹ ਹੋਵੇਗਾ ਜਿਵੇਂ ਲੋਕ ਤਿਵੇਂ ਯਾਜਕ, ਜਿਵੇਂ ਗੋਲਾ ਤਿਵੇਂ ਉਹਦਾ ਮਾਲਕ, ਤਿਵੇਂ ਗੋਲੀ ਤਿਵੇਂ ਉਹਦੀ ਬੀਬੀ, ਤਿਵੇਂ ਮੁੱਲ ਲੈਣ ਵਾਲਾ ਤਿਵੇਂ ਮੁੱਲ ਦੇਣ ਵਾਲਾ, ਜਿਵੇਂ ਕਰਜ਼ਾ ਦੇਣ ਵਾਲਾ ਤਿਵੇਂ ਕਰਜ਼ਾ ਲੈਣ ਵਾਲਾ, ਜਿਵੇਂ ਵਿਆਜ ਲੈਣ ਵਾਲਾ ਤਿਵੇਂ ਵਿਆਜ ਦੇਣ ਵਾਲਾ। ਧਰਤੀ ਸੁੰਨੀ ਹੀ ਸੁੰਨੀ ਕੀਤੀ ਜਾਵੇਗੀ ਅਤੇ ਲੁੱਟੀ ਪੁੱਟੀ ਜਾਵੇਗੀ। ਧਰਤੀ ਸੁੰਨੀ ਹੀ ਸੁੰਨੀ ਕੀਤੀ ਜਾਵੇਗੀ ਅਤੇ ਲੁੱਟੀ ਪੁੱਟੀ ਜਾਵੇਗੀ। ਕਿਉਂ ਜੋ ਇਹ ਗੱਲ ਯਹੋਵਾ ਨੇ ਆਖੀ ਹੈ। ਧਰਤੀ ਸੋਗ ਕਰਦੀ ਅਤੇ ਕੁਮਲਾ ਜਾਂਦੀ ਹੈ, ਜਗਤ ਢਿੱਲਾ ਪੈ ਜਾਂਦਾ ਅਤੇ ਕੁਮਲਾ ਜਾਂਦਾ ਹੈ। ਧਰਤੀ ਦੇ ਉੱਚੇ ਲੋਕ ਢਿੱਲੇ ਪੈ ਜਾਂਦੇ ਹਨ। ਧਰਤੀ ਆਪਣੇ ਵਾਸੀਆਂ ਹੇਠ ਪਲੀਤ ਹੋਈ ਹੈ।
ਕਿਉਂ ਜੋ ਉਹਨਾਂ ਨੇ ਵਿਵਸਥਾ ਦਾ ਉਲੰਘਣ ਕੀਤਾ, ਉਹਨਾਂ ਨੇ ਵਿਧੀਆਂ ਨੂੰ ਤੋੜ ਸੁੱਟਿਆ, ਉਹਨਾਂ ਨੇ ਸਦੀਪਕ ਨੇਮ ਨੂੰ ਭੰਨ ਛੱਡਿਆ। ਵਚਨ 6, ਇਸ ਲਈ ਇੱਕ ਸਰਾਪ ਧਰਤੀ ਨੂੰ ਖਾ ਗਿਆ ਹੈ ਅਤੇ ਉਹਦੇ ਵਾਸੀ ਦੋਸ਼ੀ ਠਹਿਰੇ, ਇਸ ਲਈ ਧਰਤੀ ਦੇ ਵਾਸੀ ਭਸਮ ਹੋਏ ਅਤੇ ਥੋੜੇ ਜਿਹੇ ਆਦਮੀ ਬਾਕੀ ਹਨ। ਫਿਰ ਕੀ ਕਾਰਨ ਹੈ ਕਿ ਇਹ ਸਭ ਗੱਲਾਂ ਹੋਣਗੀਆਂ? ਇਸ ਤਰ੍ਹਾਂ ਇਸ ਲਈ ਹੈ ਕਿਉਂਕਿ ਲੋਕਾਂ ਨੇ ਵਿਵਸਥਾ ਦਾ ਉਲੰਘਣ ਕੀਤਾ ਅਤੇ ਵਿਧੀ ਨੂੰ ਤੋੜ ਦਿੱਤਾ ਅਤੇ ਸਦੀਪਕ ਨੇਮ ਨੂੰ ਭੰਨ ਸੁੱਟਿਆ ਹੈ। ਅਸੀਂ ਇਸ ਧਰਤੀ ਤੇ ਬਦਲਦੇ ਵਾਤਾਵਰਣ ਦੇ ਅਨੁਕੂਲ ਨਹੀਂ ਹਾਂ ਅਤੇ ਇਸ ਕਾਰਨ ਨਾਲ ਕਦੀ-ਕਦੀ ਸਾਡੇ ਜੀਵਨ ਵਿੱਚ ਕਾਫੀ ਮੁਸ਼ਕਿਲਾਂ, ਕਾਫੀ ਔਖੀਆਂ ਚੀਜ਼ਾਂ ਅਤੇ ਸਮੇਂ ਹੁੰਦੇ ਹਨ। ਤਦ ਕੀ ਹੋਵੇਗਾ ਜੇਕਰ ਅਸੀਂ ਅਨੰਤ ਸਵਰਗ ਦੇ ਰਾਜ ਵਿੱਚ ਪ੍ਰਵੇਸ਼ ਨਾ ਕਰ ਸਕੀਏ? ਦੂਸਰੇ ਸ਼ਬਦਾਂ ਵਿੱਚ ਕੀ ਹੋਵੇਗਾ ਜੇਕਰ ਅਸੀਂ ਨਰਕ ਵਿੱਚ ਜਾਈਏ? ਪ੍ਰਕਾਸ਼ ਦੀ ਪੋਥੀ ਵਿੱਚ ਪਰਮੇਸ਼ਵਰ ਨੇ ਭਵਿੱਖਬਾਣੀ ਕੀਤੀ, ਉਹਨਾਂ ਦੀ ਪੀੜਾ ਦਾ ਧੂਆਂ ਯੁਗੋ ਯੁਗ ਤੱਕ ਉੱਠਦਾ ਰਹੇਗਾ। ਜੇਕਰ ਅਸੀਂ ਇਸ ਜਗ੍ਹਾ ਤੇ ਸੁੱਟ ਦਿੱਤੇ ਜਾਈਏ ਤਦ ਸਾਡਾ ਕੀ ਹੋਵੇਗਾ? ਚੰਗੀ ਕਿਸਮਤ ਨਾਲ ਸਵਰਗੀ ਪਿਤਾ ਅਤੇ ਸਵਰਗੀ ਮਾਤਾ ਨਵੇਂ ਨੇਮ ਦਾ ਪ੍ਰਚਾਰ ਕਰਕੇ ਅਤੇ ਸੱਚ ਸਿਖਾਉਣ ਦੁਆਰਾ ਸਾਨੂੰ ਨਰਕ ਦੇ ਦਰਦਾਂ ਤੋਂ ਬਚਾਉਣ ਦੇ ਲਈ ਧਰਤੀ ਤੇ ਆਏ। ਉਹ ਸਾਰੀ ਮਨੁੱਖ ਜਾਤੀ ਦੀ ਅਗਵਾਈ ਮੁਕਤੀ ਦੇ ਰਾਹ ਵੱਲ ਕਰ ਰਹੇ ਹਨ। ਆਓ ਅਸੀਂ ਮੱਤੀ ਅਧਿਆਇ 7 ਤੇ ਜਾਈਏ। ਮੱਤੀ ਅਧਿਆਇ 7 ਵਚਨ 21 ਵਿੱਚ ਲਿਖਿਆ ਹੈ, ਨਾ ਹਰੇਕ ਜਿਹੜਾ ਮੈਨੂੰ ਪ੍ਰਭੂ ਪ੍ਰਭੂ ਕਹਿੰਦਾ ਹੈ ਸੁਰਗ ਦੇ ਰਾਜ ਵਿੱਚ ਵੜੇਗਾ, ਬਲਕਨ ਉਹ ਜੋ ਮੇਰੇ ਸੁਰਗੀ ਪਿਤਾ ਦੀ ਮਰਜ਼ੀ ਉੱਤੇ ਚੱਲਦਾ ਹੈ। ਉਹ ਕਿੱਥੇ ਵੜਨਗੇ? ਕੀ ਹੋਵੇਗਾ ਜੇਕਰ ਅਸੀਂ ਸਵਰਗ ਵਿੱਚ ਪ੍ਰਵੇਸ਼ ਨਾ ਕਰ ਸਕੀਏ? ਪਰਮੇਸ਼ਵਰ ਨੇ ਕਿਹਾ, ਜਿਵੇਂ ਮਨੁੱਖਾਂ ਦੇ ਲਈ ਇੱਕ ਵਾਰ ਮਰਨਾ ਅਤੇ ਉਸ ਦੇ ਬਾਅਦ ਨਿਆਂ ਦਾ ਹੋਣਾ ਨਿਯੁਕਤ ਹੈ, ਜਦੋਂ ਅਸੀਂ ਨਿਆਂ ਦੇ ਸਿੰਘਾਸਨ ਦੇ ਸਾਹਮਣੇ ਖੜੇ ਹੋਵਾਂਗੇ ਤਦ ਪਰਮੇਸ਼ਵਰ ਜਾਂ ਤਾਂ ਸਾਨੂੰ ਸਵਰਗ ਵਿੱਚ ਭੇਜਣਗੇ ਜਾਂ ਨਰਕ ਵਿੱਚ। ਅਦਾਲਤ ਵਿੱਚ ਜੱਜ ਇਹ ਨਿਆਂ ਕਰਦਾ ਹੈ ਕਿ ਕੋਈ ਅਪਰਾਧੀ ਹੈ ਜਾਂ ਨਹੀਂ। ਉਸੇ ਤਰ੍ਹਾਂ ਨਿਆਂ ਦੇ ਦਿਨ ਤੇ ਪਰਮੇਸ਼ਵਰ ਫੈਸਲੇ ਸੁਣਾਉਣਗੇ ਕਿ ਅਸੀਂ ਸਵਰਗ ਵਿੱਚ ਜਾਣ ਦੇ ਯੋਗ ਹਾਂ ਜਾਂ ਨਰਕ ਵਿੱਚ। ਉਸ ਦਿਨ ਸਵਰਗ ਵਿੱਚ ਪ੍ਰਵੇਸ਼ ਕਰਨ ਦੇ ਲਈ ਕੌਣ ਕਾਬਿਲ ਹੋਵੇਗਾ? ਜਦੋਂ ਯੀਸ਼ੂ 2000 ਸਾਲ ਪਹਿਲਾਂ ਧਰਤੀ ਤੇ ਆਏ ਸੀ ਤਦ ਉਹਨਾਂ ਨੇ ਸਾਰੀ ਮਨੁੱਖ ਜਾਤੀ ਨੂੰ ਸਿਖਾਇਆ ਕਿ ਜੋ ਲੋਕ ਪਿਤਾ ਦੀ ਇੱਛਾ ਅਰਥਾਤ ਪਰਮੇਸ਼ਵਰ ਦੀ ਇੱਛਾ ਤੇ ਚੱਲਦੇ ਹਨ ਉਹ ਸਵਰਗ ਵਿੱਚ ਪ੍ਰਵੇਸ਼ ਕਰ ਸਕਦੇ ਹਨ। ਫਿਰ ਯੀਸ਼ੂ ਨੇ ਉਹਨਾਂ ਲੋਕਾਂ ਵਿੱਚੋਂ ਜੋ ਨਰਕ ਵਿੱਚ ਜਾਣਗੇ ਉਹਨਾਂ ਲੋਕਾਂ ਨੂੰ ਕਿਵੇਂ ਅਲੱਗ ਕੀਤਾ ਜੋ ਸਵਰਗ ਵਿੱਚ ਜਾਣਗੇ? ਆਓ ਅਸੀਂ ਇਸ ਦੇ ਬਾਰੇ ਵਚਨ 22 ਵਿੱਚ ਉਹਨਾਂ ਦੀ ਸਿੱਖਿਆ ਨੂੰ ਦੇਖੀਏ। ਉਸ ਦਿਨ ਅਨੇਕ ਮੈਨੂੰ ਆਖਣਗੇ, ਹੇ ਪ੍ਰਭੂ, ਕੀ ਅਸਾਂ ਤੇਰਾ ਨਾਮ ਲੈ ਕੇ ਅੰਗਮਵਾਕ ਨਹੀਂ ਕੀਤਾ ਅਤੇ ਤੇਰਾ ਨਾਮ ਲੈ ਕੇ ਭੂਤ ਨਹੀਂ ਕੱਢੇ ਅਤੇ ਤੇਰਾ ਨਾਮ ਲੈ ਕੇ ਬਹੁਤੀਆਂ ਕਰਾਮਾਤਾਂ ਨਹੀਂ ਕੀਤੀ? ਤਦ ਮੈਂ ਉਹਨਾਂ ਨੂੰ ਸਾਫ਼ ਆਖਾਂਗਾ, ਭਾਈ ਮੈਂ ਤੁਹਾਨੂੰ ਕਦੇ ਵੀ ਨਹੀਂ ਜਾਣਿਆ। ਹੇ ਬੁਰਿਆਰੋ, ਭਾਵ ਜਿਹੜੇ ਵਿਵਸਥਾ ਦਾ ਉਲੰਘਣ ਕਰਦੇ ਹਨ, ਮੇਰੇ ਕੋਲੋਂ ਚਲੇ ਜਾਓ। ਇਸ ਤਰ੍ਹਾਂ ਜੋ ਲੋਕ ਪਿਤਾ ਦੀ ਇੱਛਾ ਤੇ ਚੱਲਦੇ ਹਨ ਉਹ ਸਵਰਗ ਵਿੱਚ ਪ੍ਰਵੇਸ਼ ਕਰ ਸਕਦੇ ਹਨ ਅਤੇ ਜੋ ਲੋਕ ਨਹੀਂ ਚੱਲਦੇ ਉਹ ਸਦੀਪਕ ਨਰਕ ਦਾ ਨਿਆਂ ਪ੍ਰਾਪਤ ਕਰਦੇ ਹਨ। ਉਹ ਲੋਕ ਕੌਣ ਹਨ ਜੋ ਸਦੀਪਕ ਨਰਕ ਦਾ ਨਿਆਂ ਪ੍ਰਾਪਤ ਕਰਨਗੇ? ਇਹ ਉਹ ਹਨ ਜੋ ਬੁਰਾਈ ਕਰਦੇ ਹਨ। ਉਹ ਉਹੀ ਹਨ ਜੋ ਪਰਮੇਸ਼ਵਰ ਦੀਆਂ ਵਿਧੀਆਂ, ਨਿਯਮਾਂ, ਵਿਵਸਥਾ ਅਤੇ ਨੇਮ ਨੂੰ ਨਹੀਂ ਮੰਨਦੇ। ਜੋ ਬੁਰਾਈ ਕਰਦੇ ਹਨ ਉਹ ਕਦੀ ਵੀ ਪਿਤਾ ਦੀ ਇੱਛਾ ਤੇ ਨਹੀਂ ਚੱਲ ਸਕਦੇ। ਜੋ ਲੋਕ ਬੁਰਾਈ ਕਰਦੇ ਹਨ ਉਹ ਉਹਨਾਂ ਲੋਕਾਂ ਦੇ ਸਮੂਹ ਵਿੱਚੋਂ ਹਨ ਜੋ ਪਰਮੇਸ਼ਵਰ ਦੀ ਇੱਛਾ ਤੇ ਨਹੀਂ ਚੱਲਦੇ। ਜਿਸ ਜਗ੍ਹਾ ਤੇ ਇਹ ਲੋਕ ਜਾਣਗੇ ਉੱਥੇ ਅਨੰਤ ਅੱਗ ਦੀ ਸਜ਼ਾ ਹੈ। ਅਸੀਂ ਲੋਕਾਂ ਨੂੰ ਸਿਖਾਉਂਦੇ ਹਾਂ ਕਿ ਸਵਰਗ ਜਾਣ ਦੇ ਲਈ ਸਾਨੂੰ ਪਰਮੇਸ਼ਵਰ ਦੀ ਇੱਛਾ ਦਾ ਪਾਲਨ ਕਰਨਾ ਚਾਹੀਦਾ ਹੈ ਅਤੇ ਜੇਕਰ ਅਸੀਂ ਪਰਮੇਸ਼ਵਰ ਦੀਆਂ ਸਿੱਖਿਆਵਾਂ ਦਾ ਪਾਲਨ ਕਰਨ ਵਿੱਚ ਅਸਫਲ ਹੁੰਦੇ ਹਾਂ ਤਦ ਅਸੀਂ ਅਨੰਤ ਨਰਕ ਵਿੱਚ ਜਾਵਾਂਗੇ। ਹਾਲਾਂਕਿ ਇਸ ਤਰ੍ਹਾਂ ਦੇ ਲੋਕ ਹਨ ਜੋ ਕਹਿੰਦੇ ਹਨ ਜੇਕਰ ਬਾਕੀ ਸਭ ਨਰਕ ਵਿੱਚ ਜਾ ਰਹੇ ਹਨ ਤਦ ਮੈਨੂੰ ਉੱਥੇ ਜਾਣ ਵਿੱਚ ਕੋਈ ਮੁਸ਼ਕਿਲ ਨਹੀਂ ਹੈ। ਇਸ ਵਿੱਚ ਕਿਹੜੀ ਵੱਡੀ ਗੱਲ ਹੈ? ਭਾਵੇਂ ਹੀ ਉਹ ਇਸ ਤਰ੍ਹਾਂ ਬੋਲਦੇ ਹਨ, ਉਹ ਗਰਮੀ ਨੂੰ ਸਹਿਨ ਨਹੀਂ ਕਰ ਸਕਦੇ। ਲੋਕ ਇਹ ਕਹਿੰਦੇ ਹੋਏ ਕਿ ਬਹੁਤ ਗਰਮੀ ਹੈ, ਧਰਤੀ ਤੇ ਤਾਪਮਾਨ ਤੋਂ ਪਰੇਸ਼ਾਨ ਹਾਂ। ਹਾਲਾਂਕਿ ਉਹ ਇਹ ਵੀ ਕਹਿੰਦੇ ਹਨ ਕਿਉਂਕਿ ਹਰ ਕੋਈ ਨਰਕ ਵਿੱਚ ਜਾ ਰਿਹਾ ਹੈ ਤਦ ਮੈਨੂੰ ਉੱਥੇ ਜਾਣ ਵਿੱਚ ਕੋਈ ਸਮੱਸਿਆ ਨਹੀਂ ਹੈ। ਇਹ ਗੱਲ ਕਿੰਨੀ ਮੂਰਖਤਾਪੂਰਨ ਹੈ। ਸਾਨੂੰ ਪਰਮੇਸ਼ਵਰ ਦੀ ਇੱਛਾ ਨੂੰ ਮੰਨਣ ਦੇ ਲਈ ਆਪਣੀ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਯੀਸ਼ੂ ਨੇ ਸਾਨੂੰ ਨਵੇਂ ਨੇਮ ਦੇ ਸਮੇਂ ਵਿੱਚ ਪਰਮੇਸ਼ਵਰ ਦੀ ਵਿਵਸਥਾ ਦਾ ਪਾਲਨ ਕਰਨ ਦਾ ਮਹੱਤਵ ਸਿਖਾਇਆ ਅਤੇ ਨਬੀਆਂ ਨੇ ਵੀ ਬਾਈਬਲ ਦੀਆਂ 6 ਕਿਤਾਬਾਂ ਵਿੱਚ ਇਹੀ ਸਿੱਖਿਆ ਦਿੱਤੀ ਹੈ। ਆਓ ਅਸੀਂ ਇਰਮੀਆ ਅਧਿਆਇ 11 ਵਿੱਚ ਜਾਈਏ
ਅਤੇ ਉਹਨਾਂ ਲੋਕਾਂ ਦੇ ਨਤੀਜੇ ਨੂੰ ਦੇਖੀਏ ਜਿਨ੍ਹਾਂ ਨੇ ਪਰਮੇਸ਼ਵਰ ਦੀ ਵਿਧੀਆਂ, ਹੁਕਮਾਂ ਅਤੇ ਵਿਵਸਥਾਵਾਂ ਦਾ ਉਲੰਘਣ ਕੀਤਾ। ਅਧਿਆਇ 11 ਵਚਨ 1, ਉਹ ਵਚਨ ਜਿਹੜਾ ਇਰਮੀਆ ਨੂੰ ਯਹੋਵਾ ਵੱਲੋਂ ਆਇਆ ਕਿ ਤੁਸੀਂ ਇਸ ਨੇਮ ਦੀਆਂ ਗੱਲਾਂ ਸੁਣੋ, ਤੁਸੀਂ ਯਹੂਦਾ ਦੇ ਮਨੁੱਖਾਂ ਨਾਲ ਅਤੇ ਯਰੂਸ਼ਲਮ ਦੇ ਵਾਸੀਆਂ ਨਾਲ ਬੋਲੋ। ਤੂੰ ਉਹਨਾਂ ਨੂੰ ਆਖ ਕਿ ਯਹੋਵਾ ਇਜ਼ਰਾਈਲ ਦਾ ਪਰਮੇਸ਼ਵਰ ਇਉਂ ਫਰਮਾਉਂਦਾ ਹੈ, ਉਸ ਮਨੁੱਖ ਉੱਤੇ ਸ਼ਰਾਪ ਜਿਹੜਾ ਇਸ ਨੇਮ ਦੀਆਂ ਗੱਲਾਂ ਨਹੀਂ ਸੁਣਦਾ। ਇਹ ਕਹਿੰਦਾ ਹੈ ਕਿ ਉਹ ਸਰਾਪਿਤ ਹੋਵੇਗਾ। ਨਿਆਂ ਦੇ ਦਿਨ ਤੇ ਜੇਕਰ ਉਹ ਸਰਾਪਿਤ ਹਨ, ਤਦ ਕਿ ਉਹਨਾਂ ਨੂੰ ਸਵਰਗ ਭੇਜਿਆ ਜਾਵੇਗਾ ਜਾਂ ਨਰਕ ਵਿੱਚ? ਉਹ ਨਰਕ ਵਿੱਚ ਜਾਣ ਤੋਂ ਨਹੀਂ ਬਚ ਸਕਣਗੇ। ਇਹ ਕਿਸ ਨੇ ਕਿਹਾ? ਕਿ ਇਰਮੀਆ ਨੇ ਇਹ ਕਹਿੰਦੇ ਹੋਏ ਸੰਦੇਸ਼ ਨਹੀਂ ਦਿੱਤਾ? ਇਜ਼ਰਾਈਲ ਦਾ ਪਰਮੇਸ਼ਵਰ ਯਹੋਵਾ ਆਖਦਾ ਹੈ। ਪਰਮੇਸ਼ਵਰ ਸਾਨੂੰ ਕਹਿੰਦੇ ਹਨ ਕਿ ਜੋ ਲੋਕ ਇਸ ਨੇਮ ਦੇ ਵਚਨ ਨਾ ਮੰਨਣ ਅਤੇ ਉਹਨਾਂ ਦਾ ਪਾਲਨ ਨਾ ਕਰਨ, ਉਹ ਸਰਾਪਿਤ ਹੋਣਗੇ। ਆਓ ਅਸੀਂ ਵਚਨ 4 ਦੇ ਨਾਲ ਜਾਰੀ ਰੱਖੀਏ। ਜਿਹਦਾ ਮੈਂ ਤੁਹਾਡੇ ਪਿਓ ਦਾਦਿਆਂ ਨੂੰ ਉਸ ਦਿਨ ਹੁਕਮ ਦਿੱਤਾ ਸੀ, ਜਦ ਮੈਂ ਉਹਨਾਂ ਨੂੰ ਮਿਸਰ ਦੇਸ਼ ਵਿੱਚੋਂ, ਲੋਹੇ ਦੀ ਭੱਠੀ ਵਿੱਚੋਂ ਬਾਹਰ ਲਿਆਂਦਾ, ਅਤੇ ਆਖਿਆ ਕਿ ਮੇਰੀ ਆਵਾਜ਼ ਸੁਣੋ ਅਤੇ ਉਹ ਸਭ ਕੁਝ ਜਿਹਦਾ ਮੈਂ ਤੁਹਾਨੂੰ ਹੁਕਮ ਦਿੱਤਾ ਸੀ ਪੂਰਾ ਕਰੋ, ਤਾਂ ਜੋ ਤੁਸੀਂ ਮੇਰੀ ਪ੍ਰਜਾ ਹੋਵੋ ਅਤੇ ਮੈਂ ਤੁਹਾਡਾ ਪਰਮੇਸ਼ਵਰ ਹੋਵਾਂਗਾ। ਪਰਮੇਸ਼ਵਰ ਨੇ ਸਾਡੇ ਨਾਲ ਵਾਅਦਾ ਕੀਤਾ ਹੈ ਕਿ ਜੇਕਰ ਅਸੀਂ ਉਹਨਾਂ ਦੇ ਵਚਨਾਂ ਨੂੰ ਮੰਨੀਏ ਅਤੇ ਉਹਨਾਂ ਦਾ ਪਾਲਨ ਕਰੀਏ, ਤਦ ਉਹ ਸਾਡੇ ਪਰਮੇਸ਼ਵਰ ਹੋਣਗੇ ਅਤੇ ਅਸੀਂ ਉਹਨਾਂ ਦੇ ਲੋਕ ਹੋਵਾਂਗੇ। ਅਤੇ ਜੋ ਉਹਨਾਂ ਦੇ ਵਚਨਾਂ ਨੂੰ ਨਹੀਂ ਮੰਨਦੇ, ਉਹ ਸਰਾਪਿਤ ਹੋਣਗੇ। ਪਰਮੇਸ਼ਵਰ ਨੇ ਇਸ ਤਰ੍ਹਾਂ ਸਾਨੂੰ ਡਰਾਉਣ ਦੇ ਲਈ ਨਹੀਂ ਕਿਹਾ ਹੈ, ਕਿਉਂਕਿ ਇਹ ਪੱਕੀ ਤਰ੍ਹਾਂ ਨਾਲ ਹੋਵੇਗਾ। ਤਦ ਪਰਮੇਸ਼ਵਰ ਨੇ ਸਾਨੂੰ ਇੱਕ ਨਬੀ ਦੁਆਰਾ ਸੱਚ ਨੂੰ ਜਾਣਨ ਦਿੱਤਾ। ਇਰਮੀਆ ਅਧਿਆਇ 16 ਵਚਨ 10 ਇਹ ਕਹਿੰਦਾ ਹੈ, ਤਾਂ ਇਹ ਹੋਵੇਗਾ ਕਿ ਜਦ ਤੂੰ ਇਹ ਸਾਰੀਆਂ ਗੱਲਾਂ ਇਸ ਪ੍ਰਜਾ ਨੂੰ ਦੱਸੇਗਾ, ਉਹ ਤੈਨੂੰ ਆਖਣਗੇ, ਭਾਈ ਯਹੋਵਾ ਨੇ ਇਹ ਸਾਰੀ ਵੱਡੀ ਬੁਰਾਈ ਸਾਡੇ ਵਿਰੁੱਧ ਕਿਉਂ ਆਖੀ ਹੈ, ਅਤੇ ਸਾਡੀ ਬਦੀ ਕਿਹੜੀ ਹੈ, ਅਤੇ ਸਾਡਾ ਪਾਪ ਕਿਹੜਾ ਹੈ ਜਿਹੜਾ ਅਸਾਂ ਯਹੋਵਾ ਆਪਣੇ ਪਰਮੇਸ਼ਵਰ ਦੇ ਵਿਰੁੱਧ ਕੀਤਾ। ਵਚਨ 11, ਤਦ ਤੂੰ ਉਹਨਾਂ ਨੂੰ ਆਖੀ ਕਿ ਤੁਹਾਡੇ ਪਿਓ ਦਾਦਿਆਂ ਨੇ ਮੈਨੂੰ ਤਿਆਗ ਦਿੱਤਾ। ਯਹੋਵਾ ਦਾ ਵਾਕ ਹੈ, ਉਹ ਹੋਰਨਾਂ ਦੇਵਤਾਂ ਦੇ ਪਿੱਛੇ ਚੱਲੇ, ਉਹਨਾਂ ਦੀ ਪੂਜਾ ਕੀਤੀ ਅਤੇ ਉਹਨਾਂ ਨੂੰ ਮੱਥਾ ਟੇਕਿਆ। ਮੈਨੂੰ ਤਿਆਗ ਦਿੱਤਾ ਅਤੇ ਕਿਸ ਦੀ ਪਾਲਣਾ ਨਾ ਕੀਤੀ? ਸਿਰਫ ਇਸ ਗੱਲ ਨਾਲ ਵੀ ਕਿ ਤੁਸੀਂ ਪਰਮੇਸ਼ਵਰ ਦੀ ਵਿਵਸਥਾ ਦਾ ਪਾਲਨ ਨਹੀਂ ਕਰਦੇ। ਮੈਂ ਪਹਿਲਾਂ ਹੀ ਦੇਖ ਸਕਦਾ ਕਿ ਤੁਸੀਂ ਦੂਸਰੇ ਦੇਵਤਿਆਂ ਦੇ ਪਿੱਛੇ ਚੱਲੇ ਅਤੇ ਮੈਨੂੰ ਧੋਖਾ ਦਿੱਤਾ। ਬਾਈਬਲ ਕਹਿੰਦੀ ਹੈ ਕਿ ਪਰਮੇਸ਼ਵਰ ਇਹ ਸਭ ਜਾਣਦੇ ਹਨ। ਤੁਸੀਂ ਮੇਰੀ ਵਿਵਸਥਾ ਦਾ ਪਾਲਨ ਨਹੀਂ ਕੀਤਾ। ਪਰਮੇਸ਼ਵਰ ਨੇ ਸਮਝਾਇਆ, ਇਹ ਮਹਾਨ ਵਿਪਤਾ ਤੁਹਾਡੇ ਉੱਤੇ ਆ ਰਹੀ ਹੈ। ਪਰਮੇਸ਼ਵਰ ਨੇ ਇਹੀ ਸਮਝਾਇਆ। ਆਓ ਅਸੀਂ ਨਬੀ ਇਰਮੀਆ ਦੁਆਰਾ ਦਿੱਤੀ ਗਈ ਪਰਮੇਸ਼ਵਰ ਦੀ ਚੇਤਾਵਨੀ ਨੂੰ ਦੇਖਦੇ ਹੋਏ ਸਮਝੀਏ ਕਿ ਪਰਮੇਸ਼ਵਰ ਦੀ ਵਿਵਸਥਾ, ਵਿਧੀਆਂ, ਹੁਕਮ ਕਿੰਨੇ ਮਹੱਤਵਪੂਰਨ ਹਨ। ਯਰਮੀਆ ਅਧਿਆਇ 44 ਵਚਨ 22, ਯਹੋਵਾ ਇਸ ਦੇ ਅੱਗੇ ਤੁਹਾਡੇ ਬੁਰੇ ਕਰਤੱਵਾਂ ਦੇ ਕਾਰਨ ਅਤੇ ਘਿਨਾਉਣੇ ਕੰਮਾਂ ਦੇ ਕਾਰਨ ਜਿਹੜੇ ਤੁਸੀਂ ਕੀਤੇ ਤੁਹਾਨੂੰ ਝੱਲ ਨਾ ਸਕਿਆ। ਤੁਹਾਡਾ ਦੇਸ਼ ਉਜਾੜ, ਵਿਰਾਨਾ ਅਤੇ ਸਰਾਪ ਹੋ ਗਿਆ, ਜਿੱਥੇ ਕੋਈ ਨਹੀਂ ਵਸਦਾ, ਜਿਵੇਂ ਅੱਜ ਦੇ ਦਿਨ ਹੈ। ਇਸ ਲਈ ਜੋ ਤੁਸੀਂ ਧੂਪ ਤਖਾਈ ਅਤੇ ਯਹੋਵਾ ਦੇ ਵਿਰੁੱਧ ਪਾਪ ਕੀਤਾ ਅਤੇ ਤੁਸੀਂ ਯਹੋਵਾ ਦੀ ਆਵਾਜ਼ ਨੂੰ ਨਾ ਸੁਣਿਆ ਅਤੇ ਉਸ ਦੀ ਕੀ ਵਿਵਸਥਾ ਅਤੇ ਉਸ ਦੀਆਂ ਵਿਧੀਆਂ ਅਤੇ ਉਸ ਦੀਆਂ ਸਾਖੀਆਂ ਉੱਤੇ ਨਾ ਚੱਲੇ, ਇਸ ਲਈ ਇਹ ਬੁਰਾਈ ਤੁਹਾਨੂੰ ਆ ਪਈ ਜਿਵੇਂ ਅੱਜ ਦੇ ਦਿਨ ਹੈ, ਕਿਉਂਕਿ ਤੁਸੀਂ ਪਰਮੇਸ਼ਵਰ ਦੀ ਵਿਵਸਥਾ ਅਤੇ ਵਿਧੀਆਂ ਅਤੇ ਚੇਤਾਵਨੀਆਂ ਦੇ ਅਨੁਸਾਰ ਨਹੀਂ ਤੁਰੇ। ਇਸ ਕਰਕੇ ਇਹ ਵਿਪਤਾ ਤੁਹਾਡੇ ਉੱਤੇ ਆ ਪਈ ਹੈ। ਪਰਮੇਸ਼ਵਰ ਨੇ ਸਾਨੂੰ ਇਹੀ ਸਿਖਾਇਆ ਹੈ। ਫਿਰ ਜੇਕਰ ਅਸੀਂ ਸਵਰਗ ਦੇ ਰਾਜ ਦੀ ਲਾਲਸਾ ਕਰਦੇ ਹਾਂ ਅਤੇ ਮੁਕਤੀ ਪ੍ਰਾਪਤ ਕਰਨਾ ਚਾਹੁੰਦੇ ਹਾਂ, ਤਦ ਭਾਵੇਂ ਸਾਡੇ ਹਾਲਾਤ ਕਿਸੇ ਵੀ ਤਰ੍ਹਾਂ ਦੇ ਹੋਣ, ਕਿ ਸਾਨੂੰ ਪਰਮੇਸ਼ਵਰ ਦੇ ਨਿਯਮਾਂ, ਹੁਕਮਾਂ ਅਤੇ ਵਿਵਸਥਾ ਨੂੰ ਨਹੀਂ ਮੰਨਣਾ ਚਾਹੀਦਾ। ਸਾਨੂੰ ਵਿਸ਼ਵਾਸਯੋਗ ਰੂਪ ਨਾਲ ਉਹਨਾਂ ਨੂੰ ਮੰਨਣਾ ਚਾਹੀਦਾ ਹੈ। ਪਰਮੇਸ਼ਵਰ ਸਾਨੂੰ ਪਰਮੇਸ਼ਵਰ ਦੀ ਵਿਵਸਥਾ ਨੂੰ ਆਸਾਨੀ ਨਾਲ ਮਨਾਉਣ ਦੇ ਲਈ ਚੰਗੇ ਵਾਤਾਵਰਣ ਵਿੱਚ ਰੱਖ ਸਕਦੇ ਹਨ। ਤਦ ਹਰ ਕੋਈ ਚੰਗੇ ਹਾਲਾਤਾਂ ਵਿੱਚ ਪਰਮੇਸ਼ਵਰ ਦੀ ਵਿਵਸਥਾ ਨੂੰ ਮੰਨ ਸਕਦਾ ਹੈ। ਇਸ ਲਈ ਪਰਮੇਸ਼ਵਰ ਕਦੀ-ਕਦੀ ਸਾਨੂੰ ਚੰਗੇ ਹਾਲਾਤਾਂ ਵਿੱਚ ਰੱਖਦੇ ਹਨ। ਚੰਗੇ ਹਾਲਾਤਾਂ ਵਿੱਚ ਵੀ ਪਰਮੇਸ਼ਵਰ ਦੇ ਹੁਕਮਾਂ ਅਤੇ ਵਿਵਸਥਾ ਨੂੰ ਮੰਨਣ ਦੇ ਲਈ ਸਾਡੇ ਲਈ ਕੀਤੀਆਂ ਹੋਈਆਂ ਸਾਰੀਆਂ ਕੋਸ਼ਿਸ਼ਾਂ ਨੂੰ ਦੇਖ ਕੇ ਪਰਮੇਸ਼ਵਰ ਸਾਡੇ ਮਨਾਂ ਨੂੰ ਦੇਖਦੇ ਹਨ ਅਤੇ ਜਾਣ ਜਾਂਦੇ ਹਨ ਕਿ ਸਾਨੂੰ ਉਹਨਾਂ ਤੇ ਵਿਸ਼ਵਾਸ ਹੈ ਜਾਂ ਨਹੀਂ।
ਇੱਕ ਵਾਰ ਦੀ ਗੱਲ ਹੈ, ਇੱਕ ਅਮੀਰ ਪਰਿਵਾਰ ਵਿੱਚ ਇੱਕ ਜਵਾਨ ਸੀ। ਉਸਦੇ ਪਿਤਾ ਨੂੰ ਸ਼ੱਕ ਸੀ ਕਿ ਮੈਂ ਅਸਲ ਵਿੱਚ ਆਪਣੇ ਪੁੱਤਰ ਨੂੰ ਆਪਣੀ ਜਾਇਦਾਦ ਵਿਰਾਸਤ ਵਿੱਚ ਦੇ ਸਕਦਾ ਹਾਂ, ਕਿ ਉਹ ਸਾਡੀ ਜਾਇਦਾਦ ਵਧਾਉਣ ਵਿੱਚ ਕਾਬਿਲ ਹੋਵੇਗਾ। ਚਿੰਤਾ ਦੇ ਨਾਲ ਉਸਨੇ ਆਪਣੇ ਪੁੱਤਰ ਦੀ ਇਹ ਕਹਿੰਦੇ ਹੋਏ ਪ੍ਰੀਖਿਆ ਲਈ, ਅੱਜ ਸੜਕਾਂ ਤੇ ਜਾਓ, ਆਪਣੇ ਆਪ ਤੋਂ ਪੈਸਾ ਕਮਾਓ ਅਤੇ ਉਸ ਨੂੰ ਮੇਰੇ ਕੋਲ ਲਿਆਓ। ਉਸ ਸਮੇਂ ਤੱਕ ਪੁੱਤਰ ਸਿਰਫ ਆਪਣੇ ਮਾਤਾ ਪਿਤਾ ਦੇ ਪੈਸੇ ਨੂੰ ਉਡਾ ਰਿਹਾ ਸੀ। ਉਸਨੇ ਪਹਿਲਾਂ ਕਦੀ ਪੈਸੇ ਦੇ ਲਈ ਮਿਹਨਤ ਨਹੀਂ ਕੀਤੀ ਸੀ। ਉਹ ਬਿਨਾਂ ਕੁਝ ਕੀਤੇ ਖਾਲੀ ਹੱਥ ਮੁੜ ਆਇਆ। ਉਸ ਦੀ ਮਾਂ ਨੂੰ ਉਸ ਤੇ ਤਰਸ ਆਇਆ। ਇਸ ਲਈ ਉਸਨੇ ਉਸਦੇ ਪਿਤਾ ਨੂੰ ਦੱਸੇ ਬਿਨਾਂ ਆਪਣੇ ਪੁੱਤਰ ਨੂੰ 3 ਸਿੱਕੇ ਦੇ ਦਿੱਤੇ ਅਤੇ ਉਸਨੇ ਉਸ ਨੂੰ ਕਿਹਾ, ਦੇਖੋ, ਆਪਣੇ ਪਿਤਾ ਦੀ ਚਿੰਤਾਵਾਂ ਨੂੰ ਦੂਰ ਕਰਨ ਦੇ ਲਈ ਪਿਤਾ ਨੂੰ ਕਹਿਣਾ ਕਿ ਤੁਸੀਂ ਇਹਨਾਂ ਸਿੱਕਿਆਂ ਨੂੰ ਕਮਾਇਆ ਹੈ। ਕਿਉਂਕਿ ਉਸ ਦੀ ਮਾਂ ਉਹਨਾਂ ਨੂੰ ਦੇ ਰਹੀ ਸੀ, ਇਸ ਲਈ ਉਸਨੇ ਉਹਨਾਂ ਨੂੰ ਪ੍ਰਾਪਤ ਕੀਤਾ ਤੇ ਆਪਣੇ ਪਿਤਾ ਨੂੰ ਦਿੰਦੇ ਹੋਏ ਕਿਹਾ, ਪਿਤਾ ਜੀ, ਅੱਜ ਮੈਂ ਇਹਨਾਂ ਸਿੱਕਿਆਂ ਨੂੰ ਕਮਾਇਆ। ਜਦੋਂ ਪਿਤਾ ਨੇ ਉਹ ਦੇਖਿਆ ਤਦ ਉਹ ਗੁੱਸੇ ਨਾਲ ਲਾਲ ਹੋ ਗਿਆ ਅਤੇ ਉਹਨਾਂ ਨੂੰ ਲੱਕੜੀ ਦੇ ਚੁੱਲ੍ਹੇ ਦੀ ਅੱਗ ਵਿੱਚ ਸੁੱਟ ਦਿੱਤਾ। ਹਾਲਾਂਕਿ ਪੁੱਤਰ ਉੱਥੇ ਹੀ ਖੜਾ ਹੋ ਕੇ ਉਹਨਾਂ ਨੂੰ ਸੜਦੇ ਹੋਏ ਦੇਖ ਰਿਹਾ ਸੀ। ਤਦ ਪਿਤਾ ਨੇ ਉਸ ਨੂੰ ਕਿਹਾ, ਮੈਨੂੰ ਧੋਖਾ ਨਾ ਦੇ, ਜਾ ਖੁਦ ਤੋਂ ਪੈਸਾ ਕਮਾ ਅਤੇ ਮੇਰੇ ਕੋਲ ਲੈ ਆ। ਤੂੰ ਇਹ ਪੈਸੇ ਨਹੀਂ ਕਮਾਇਆ। ਇਸ ਤਰ੍ਹਾਂ ਹੀ ਕਾਫੀ ਵਾਰ ਹੋਇਆ। ਉਸ ਦੀ ਮਾਂ ਨੇ ਹਰ ਵਾਰ ਇਸ ਤਰ੍ਹਾਂ ਕਰਨ ਵਿੱਚ ਉਸ ਦੀ ਮਦਦ ਕੀਤੀ, ਪਰ ਹਰ ਵਾਰ ਪਿਤਾ ਨੂੰ ਪਤਾ ਚੱਲ ਜਾਂਦਾ ਸੀ ਕਿ ਉਹ ਉਸਦੇ ਪੈਸੇ ਨਹੀਂ ਸੀ। ਤੂੰ ਇਹ ਪੈਸੇ ਨਹੀਂ ਕਮਾਏ ਹਨ। ਇੱਕ ਦਿਨ ਪੁੱਤਰ ਨੂੰ ਅਹਿਸਾਸ ਹੋਇਆ ਕਿ ਜਿਵੇਂ ਕਿ ਉਸਦੇ ਪਿਤਾ ਚਾਹੁੰਦੇ ਹਨ, ਉਸੇ ਤਰ੍ਹਾਂ ਹੀ ਉਸ ਨੂੰ ਖੁਦ ਮਿਹਨਤ ਕਰਕੇ ਪੈਸੇ ਕਮਾਉਣੇ ਪੈਣਗੇ। ਇਸ ਲਈ ਭਾਵੇਂ ਹੀ ਉਹ ਇੱਕ ਅਮੀਰ ਪਰਿਵਾਰ ਦਾ ਪੁੱਤਰ ਸੀ, ਪਰ ਉਸਨੇ ਲੱਕੜੀ ਕੱਟ ਕੇ ਅਤੇ ਖੇਤ ਵਿੱਚ ਕੰਮ ਕਰਕੇ ਆਪਣੇ ਮੱਥੇ ਦਾ ਪਸੀਨਾ ਵਹਾ ਕੇ ਕੰਮ ਕੀਤਾ। ਇਸ ਤਰ੍ਹਾਂ ਕਰਕੇ ਉਸਨੇ ਇੱਕ ਸਿੱਕਾ ਕਮਾਇਆ। ਉਸਨੇ ਕਿਹਾ, ਦੇਖੋ, ਇਸ ਵਾਰ ਮੈਂ ਅਸਲ ਵਿੱਚ ਇਸ ਪੈਸੇ ਨੂੰ ਕਮਾਉਣ ਦੇ ਲਈ ਸਖਤ ਮਿਹਨਤ ਕੀਤੀ। ਪਰ ਤਦ ਉਸਦੇ ਪਿਤਾ ਨੇ ਕਿਹਾ, ਓਏ, ਕਿ ਤੂੰ ਮੈਨੂੰ ਫਿਰ ਤੋਂ ਧੋਖਾ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ, ਅਤੇ ਉਸ ਨੂੰ ਅੱਗ ਵਿੱਚ ਸੁੱਟ ਦਿੱਤਾ। ਉਸ ਦਾ ਪੁੱਤਰ ਬਹੁਤ ਹੈਰਾਨ ਹੋ ਗਿਆ ਅਤੇ ਉਸਨੇ ਪੈਸੇ ਕੱਢਣ ਦੇ ਲਈ ਅੱਗ ਵਿੱਚ ਆਪਣਾ ਹੱਥ ਪਾਇਆ। ਇੰਨੀ ਮਿਹਨਤ ਕਰਕੇ ਕਮਾਏ ਹੋਏ ਮੇਰੇ ਪੈਸੇ ਨੂੰ ਤੁਸੀਂ ਅੱਗ ਵਿੱਚ ਕਿਵੇਂ ਸੁੱਟ ਸਕਦੇ ਹੋ? ਇਹ ਕਹਿੰਦੇ ਹੋਏ ਉਸਨੇ ਪੈਸੇ ਲੱਭਣ ਦੀ ਕੋਸ਼ਿਸ਼ ਕੀਤੀ। ਤਦ ਉਸਦੇ ਪਿਤਾ ਨੇ ਆਖਰਕਾਰ ਕਿਹਾ, ਹੁਣ ਮੈਂ ਇਹ ਜਾਣ ਗਿਆ, ਸੱਚਮੁੱਚ ਤੂੰ ਆਪਣੇ ਮੱਥੇ ਦੇ ਪਸੀਨੇ ਤੋਂ ਇਹ ਪੈਸਾ ਕਮਾਇਆ। ਪਰਮੇਸ਼ਵਰ ਨੇ ਸਾਨੂੰ ਆਪਣੀਆਂ ਵਿਧੀਆਂ, ਹੁਕਮ ਅਤੇ ਵਿਵਸਥਾਵਾਂ ਨੂੰ ਮਨਾਉਣ ਦਾ ਹੁਕਮ ਦਿੱਤਾ ਹੈ। ਕਦੀ-ਕਦੀ ਔਖੇ ਹਾਲਾਤ ਵਿੱਚ ਅਤੇ ਕਦੀ-ਕਦੀ ਇਸ ਤਰ੍ਹਾਂ ਦੇ ਹਾਲਾਤ ਵਿੱਚ ਜਿੱਥੇ ਉਹਨਾਂ ਨੂੰ ਮਨਾਉਣਾ ਆਸਾਨ ਹੁੰਦਾ ਹੈ। ਜੇਕਰ ਪਰਮੇਸ਼ਵਰ ਸਾਨੂੰ ਹਮੇਸ਼ਾ ਚੰਗੇ ਹਾਲਾਤਾਂ ਵਿੱਚ ਰੱਖਣ, ਤਦ ਪਰਮੇਸ਼ਵਰ ਇਹ ਨਹੀਂ ਦੇਖ ਸਕਦੇ ਕਿ ਪਰਮੇਸ਼ਵਰ ਦੀਆਂ ਵਿਧੀਆਂ, ਹੁਕਮ ਅਤੇ ਵਿਵਸਥਾਵਾਂ ਨੂੰ ਕੌਣ ਕੀਮਤੀ ਮੰਨਦਾ ਹੈ। ਪਰ ਜੇਕਰ ਸਾਨੂੰ ਇੱਕ ਔਖੇ ਹਾਲਾਤ ਵਿੱਚ ਰੱਖਿਆ ਜਾਂਦਾ ਹੈ, ਤਦ ਪਰਮੇਸ਼ਵਰ ਦੇਖ ਸਕਦੇ ਹਨ ਕਿ ਹਾਲਾਤ ਤੇ ਜਿੱਤ ਪਾ ਕੇ ਕੌਣ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕਰਦਾ ਹੈ। ਕਿ ਇਹ ਲੋਕ ਜੋ ਇਹ ਜਾਣਦੇ ਹੋਏ ਕਿ ਪਰਮੇਸ਼ਵਰ ਦੀ ਵਿਧੀਆਂ, ਹੁਕਮ ਅਤੇ ਵਿਵਸਥਾ ਕਿੰਨੀ ਮਹੱਤਵਪੂਰਨ ਹੈ, ਸਹੀ ਤਰੀਕੇ ਨਾਲ ਉਹਨਾਂ ਦਾ ਪਾਲਨ ਕਰਨ ਵਾਲੇ ਨਹੀਂ ਹਨ। ਪਰਮੇਸ਼ਵਰ ਸਾਡੇ ਦਿਲਾਂ ਨੂੰ ਦੇਖਣ ਦੇ ਲਈ ਕਾਫੀ ਤਰੀਕਿਆਂ ਦੀ ਵਰਤੋਂ ਕਰਦੇ ਹਨ। ਭਰਾਵੋ ਅਤੇ ਭੈਣੋ, ਕਦੀ-ਕਦੀ ਪਰਮੇਸ਼ਵਰ ਸਾਨੂੰ ਸਿਖਾਉਣ ਦੇ ਲਈ ਕਿ ਪਰਮੇਸ਼ਵਰ ਦੇ ਹੁਕਮ ਮੁਕਤੀ ਦਾ ਸਹੀ ਰਾਹ ਹੈ, ਜੋ ਸਾਨੂੰ ਸਵਰਗ ਵਿੱਚ ਲੈ ਜਾਂਦਾ ਹੈ, ਸਾਡੇ ਸਾਹਮਣੇ ਰੁਕਾਵਟਾਂ ਪਾਉਂਦੇ ਹਨ। ਕੁਝ ਲੋਕ ਕਹਿੰਦੇ ਹਨ, ਇਹ ਅਜੀਬ ਗੱਲ ਹੈ, ਹਰ ਸਬਤ ਦੇ ਦਿਨ ਛੋਟੀ-ਮੋਟੀ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ। ਹਮੇਸ਼ਾ ਇਸ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਹਨ ਜੋ ਸਾਨੂੰ ਸਬਤ ਦੇ ਦਿਨ ਚਰਚ ਜਾਣ ਤੋਂ ਰੋਕਦੀਆਂ ਹਨ। ਇਹ ਇਸ ਤਰ੍ਹਾਂ ਦੇ ਹਾਲਾਤ ਹਨ ਜੋ ਸਾਨੂੰ ਸੰਸਾਰਿਕ ਮਾਮਲਿਆਂ ਅਤੇ ਸਬਤ ਦੇ ਦਿਨ ਵਿੱਚ ਤੁਲਨਾ ਕਰਨ ਦਿੰਦੇ ਹਨ। ਉਹਨਾਂ ਸਾਰਿਆਂ ਦੁਆਰਾ ਪਰਮੇਸ਼ਵਰ ਇਹ ਦੇਖਣ ਦੇ ਲਈ ਸਾਡੇ ਵਿਸ਼ਵਾਸ ਨੂੰ ਤੋਲਦੇ ਹਨ ਕਿ ਅਸੀਂ ਪਰਮੇਸ਼ਵਰ ਦੀ ਵਿਧੀਆਂ, ਹੁਕਮਾਂ ਅਤੇ ਵਿਵਸਥਾ ਨੂੰ ਕਿਸੇ ਹੋਰ ਚੀਜ਼ ਤੋਂ ਜ਼ਿਆਦਾ ਮਹੱਤਵਪੂਰਨ ਮੰਨਦੇ ਹਾਂ ਜਾਂ ਨਹੀਂ। ਆਓ ਅਸੀਂ ਕੂਚ ਅਧਿਆਇ 15 ਵਚਨ 25 ਤੇ ਜਾਈਏ। ਤਾਂ ਉਸਨੇ ਯਹੋਵਾ ਅੱਗੇ ਦੁਹਾਈ ਦਿੱਤੀ, ਤਾਂ ਯਹੋਵਾ ਨੇ ਉਸ ਨੂੰ ਇੱਕ ਬਿਰਛ ਵਿਖਾ ਲਿਆ। ਉਸਨੇ ਉਹਨੂੰ ਪਾਣੀ ਵਿੱਚ ਸੁੱਟਿਆ ਤਾਂ ਪਾਣੀ ਮਿੱਠਾ ਹੋ ਗਿਆ। ਉੱਥੇ ਉਸਨੇ ਕੀ ਬਣਾਇਆ? ਉਹਨਾਂ ਲਈ ਇੱਕ ਵਿਧੀ ਅਤੇ ਕਾਨੂੰਨ ਠਹਿਰਾਇਆ ਅਤੇ ਉੱਥੇ ਉਸਨੇ ਉਹਨਾਂ ਨੂੰ ਕੀ ਲਿਆ? ਪਰਖ ਲਿਆ। ਪਰਮੇਸ਼ਵਰ ਨੇ ਇਹ ਦੇਖਣ ਦੇ ਲਈ, ਉਹਨਾਂ ਦੀ ਪਰੀਖਿਆ ਲਈ
ਕਿ ਉਹ ਹੁਕਮ ਅਤੇ ਵਿਵਸਥਾ ਨੂੰ ਮੰਨਦੇ ਹਨ ਜਾਂ ਨਹੀਂ। ਭਰਾਵੋ ਅਤੇ ਭੈਣੋ, ਸਾਡੇ ਕੋਲ ਪਰਮੇਸ਼ਵਰ ਦੀ ਵਿਵਸਥਾ ਹੈ, ਜਿਵੇਂ ਸਬਤ ਦਾ ਦਿਨ, ਪਸਾ, ਸਿਰ ਕੱਜਣ ਦਾ ਨਿਯਮ, ਮੂਰਤੀ ਪੂਜਾ ਮਨਾ ਕਰਨ ਦੀ ਵਿਵਸਥਾ, ਪਿਤਾ, ਪੁੱਤਰ ਅਤੇ ਪਵਿੱਤਰ ਆਤਮਾ ਦੇ ਨਾਮ ਵਿੱਚ ਬਪਤਿਸਮਾ ਲੈਣ ਦੀ ਵਿਵਸਥਾ। ਪਰਮੇਸ਼ਵਰ ਨੇ ਸਾਨੂੰ ਜੀਵਨ ਦਾ ਸੱਚ, ਨਵੇਂ ਨੇਮ ਦੀਆਂ ਸਾਰੀਆਂ ਵਿਵਸਥਾਵਾਂ ਪ੍ਰਦਾਨ ਕੀਤੀਆਂ ਹਨ। ਆਖਰਕਾਰ ਇਹ ਸਾਰੀਆਂ ਚੀਜ਼ਾਂ ਕਿਸ ਦੇ ਲਈ ਹਨ? ਨਵੇਂ ਨੇਮ ਦੀ ਸਥਾਪਨਾ ਕਰਦੇ ਸਮੇਂ ਯੀਸ਼ੂ ਨੇ ਕੀ ਕਿਹਾ? ਉਹਨਾਂ ਨੇ ਕਿਹਾ, ਇਹ ਪਿਆਲਾ ਮੇਰੇ ਉਸ ਲਹੂ ਵਿੱਚ ਜੋ ਤੁਹਾਡੇ ਲਈ ਵਹਾਇਆ ਜਾਂਦਾ ਹੈ, ਨਵਾਂ ਨੇਮ ਹੈ। ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਇਹ ਸਭ ਸਾਡੇ ਲਈ ਹੈ। ਆਓ ਅਸੀਂ ਇੱਕ ਪ੍ਰਕਾਸ਼ਨ ਦੇਖੀਏ ਜੋ ਪਰਮੇਸ਼ਵਰ ਨੇ ਆਪਣੀ ਵਿਧੀ, ਵਿਵਸਥਾ ਅਤੇ ਹੁਕਮ ਮਨਾਉਣ ਦੇ ਮਾਮਲੇ ਦੇ ਬਾਰੇ ਰਸੂਲ ਯਹੂਨਾ ਨੂੰ ਦਿਖਾਇਆ ਸੀ। ਪ੍ਰਕਾਸ਼ ਦੀ ਪੋਥੀ ਅਧਿਆਇ 14 ਵਚਨ 6। ਮੈਂ ਇੱਕ ਹੋਰ ਦੂਤ ਨੂੰ ਸਦੀਪਕ ਕਾਲ ਦੀ ਅੰਜੀਲ ਨਾਲ ਆਕਾਸ਼ ਵਿੱਚ ਉੱਡਦਿਆਂ ਡਿੱਠਾ। ਭਾਈ ਧਰਤੀ ਦੇ ਵਾਸੀਆਂ ਨੂੰ ਅਤੇ ਹਰੇਕ ਕੌਮ ਅਤੇ ਗੋਤ ਅਤੇ ਭਾਖਿਆ ਅਤੇ ਕਿਸ ਪ੍ਰਕਾਰ ਦੀ ਖੁਸ਼ਖਬਰੀ ਸੁਣਾਵੇ? ਉਮਤ ਨੂੰ ਖੁਸ਼ਖਬਰੀ ਸੁਣਾਵੇ। ਅਤੇ ਉਸਨੇ ਵੱਡੀ ਆਵਾਜ਼ ਨਾਲ ਆਖਿਆ, ਭਾਈ ਪਰਮੇਸ਼ਵਰ ਤੋਂ ਡਰੋ ਅਤੇ ਉਹਦੀ ਵਡਿਆਈ ਕਰੋ, ਇਸ ਲਈ ਜੋ ਉਹਦੇ ਨਿਆਂ ਦਾ ਸਮਾਂ ਆ ਪੁੱਜਾ ਹੈ ਅਤੇ ਜਿਨੇ ਆਕਾਸ਼ ਅਤੇ ਧਰਤੀ ਅਤੇ ਸਮੁੰਦਰ ਅਤੇ ਪਾਣੀਆਂ ਦੇ ਸੁੰਬਾਂ ਨੂੰ ਬਣਾਇਆ, ਤੁਸੀਂ ਉਹਨੂੰ ਮੱਥਾ ਟੇਕੋ। ਉਹਦੇ ਪਿੱਛੋਂ ਦੂਜਾ ਇੱਕ ਹੋਰ ਦੂਤ ਇਹ ਕਹਿੰਦਾ ਆਇਆ, ਭਾਈ ਢਹਿ ਪਈ ਬਾਬਲ, ਉਹ ਵੱਡੀ ਨਗਰੀ ਢਹਿ ਪਈ, ਜਿਨੇ ਆਪਣੀ ਹਰਾਮਕਾਰੀ ਦੇ ਕਰੋਧ ਦੀ ਮੈਂ ਸਭਨਾ ਕੌਮਾਂ ਨੂੰ ਪਿਆਈ ਹੈ। ਉਹਨਾਂ ਦੇ ਪਿੱਛੋਂ ਤੀਜਾ ਇੱਕ ਹੋਰ ਦੂਤ ਵੱਡੀ ਆਵਾਜ਼ ਨਾਲ ਇਹ ਕਹਿੰਦਾ ਆਇਆ, ਭਾਈ ਜੋ ਕੋਈ ਉਸ ਦਰਿੰਦੇ ਅਤੇ ਉਹਦੀ ਮੂਰਤੀ ਦੀ ਪੂਜਾ ਕਰਦਾ ਅਤੇ ਆਪਣੇ ਮੱਥੇ ਜਾਂ ਆਪਣੇ ਹੱਥ ਉੱਤੇ ਦਾਗ ਲਵਾਉਂਦਾ ਹੈ, ਤਾਂ ਉਹ ਪਰਮੇਸ਼ਵਰ ਦੇ ਕਰੋਧ ਦੀ ਮੈਂ ਵੀ ਪੀਏਗਾ, ਜੋ ਉਹਦੇ ਕਰੋਧ ਦੇ ਪਿਆਲੇ ਵਿੱਚ ਨਖਾਲਸ ਭਰੀ ਹੋਈ ਹੈ। ਅਤੇ ਉਹ ਪਵਿੱਤਰ ਦੂਤਾਂ ਦੇ ਸਾਹਮਣੇ ਅਤੇ ਲੇਲੇ ਦੇ ਸਾਹਮਣੇ ਕਿਸ ਪ੍ਰਕਾਰ ਦਾ ਕਸ਼ਟ ਪਾਵੇਗਾ? ਅੱਗ ਅਤੇ ਗੰਧਕ ਨਾਲ ਕਸ਼ਟ ਪਾਵੇਗਾ ਅਤੇ ਉਹਨਾਂ ਦੇ ਕਸ਼ਟ ਦਾ ਧੂਆਂ ਜੁਗੋ ਜੁਗ ਉੱਠਦਾ ਰਹਿੰਦਾ ਹੈ। ਸੋ ਉਹ ਜਿਹੜੇ ਦਰਿੰਦੇ ਦੀ ਅਤੇ ਉਹਦੀ ਮੂਰਤੀ ਦੀ ਪੂਜਾ ਕਰਦੇ ਹਨ ਅਤੇ ਉਹ ਜਿਹੜੇ ਉਹਦੇ ਨਾਉ ਦਾ ਦਾਗ ਲਵਾਉਂਦੇ ਹਨ, ਰਾਤ ਦਿਨ ਕਦੇ ਚੈਨ ਨਹੀਂ ਪਾਉਂਦੇ। ਅਸੀਂ ਪਹਿਲਾਂ ਹੀ ਪ੍ਰਕਾਸ਼ ਦੀ ਪੋਥੀ ਦੇ ਅਧਿਆਇ 13, 17 ਅਤੇ 18 ਦੁਆਰਾ ਇਸ ਪਸ਼ੂ ਬਾਰੇ ਕਾਫੀ ਵਾਰ ਅਧਿਐਨ ਕੀਤਾ ਹੈ। ਇੱਥੇ ਜੋ ਉਸ ਪਸ਼ੂ ਅਤੇ ਉਸ ਦੀ ਮੂਰਤੀ ਦੀ ਪੂਜਾ ਕਰਦੇ ਹਨ, ਉਹ ਆਪਣੇ ਮੱਥਿਆਂ ਤੇ ਜਾਂ ਹੱਥ ਤੇ ਕੀ ਪ੍ਰਾਪਤ ਕਰਦੇ ਹਨ? ਉਹ ਮੱਥੇ ਜਾਂ ਹੱਥ ਤੇ ਉਸ ਦਾ ਦਾਗ ਪ੍ਰਾਪਤ ਕਰਨਗੇ ਅਤੇ ਅੱਗ ਅਤੇ ਗੰਧਕ ਦੇ ਦਰਦ ਵਿੱਚ ਪੈਣਗੇ ਅਤੇ ਉਹਨਾਂ ਦੀ ਦਰਦ ਦਾ ਧੂਆਂ ਯੁਗੋ ਯੁਗ ਬਲਦਾ ਰਹੇਗਾ। ਉਹ ਮੱਥੇ ਤੇ ਜਾਂ ਹੱਥ ਤੇ ਦਾਗ ਪ੍ਰਾਪਤ ਕਰਨਗੇ। ਸਾਰੇ ਲੋਕੋ, ਕਿ ਤੁਹਾਨੂੰ ਇਸ ਦੀ ਜਾਣਕਾਰੀ ਨਹੀਂ ਹੈ? ਤੁਸੀਂ ਇਹ ਦ੍ਰਿਸ਼ ਕਿੱਥੇ ਦੇਖਿਆ ਹੈ? ਅਸੀਂ ਮੱਥੇ ਤੇ ਜਾਂ ਹੱਥ ਤੇ ਨਿਸ਼ਾਨ ਕਦੋਂ ਪ੍ਰਾਪਤ ਕਰਦੇ ਹਾਂ? ਜਦੋਂ ਅਸੀਂ ਪਸਾ ਮਨਾਉਂਦੇ ਹਾਂ, ਜੋ ਪਰਮੇਸ਼ਵਰ ਦੇ ਹੁਕਮਾਂ ਵਿੱਚੋਂ ਇੱਕ ਹੈ। ਤਦ ਉਹ ਸਾਡੇ ਮੱਥੇ ਮਤਲਬ ਅੱਖਾਂ ਦੇ ਵਿੱਚ ਬੰਨੇ ਨਿਸ਼ਾਨ ਦੇ ਵਾਂਗ ਹੋਵੇਗਾ। ਪਰਮੇਸ਼ਵਰ ਦੀ ਇੱਕ ਵਿਵਸਥਾ ਹੈ ਜੋ ਸਾਡੇ ਮੱਥੇ ਤੇ ਇੱਕ ਟਿੱਕੇ ਦੇ ਵਾਂਗ ਹੋਵੇਗੀ ਅਤੇ ਸਾਡੇ ਮੱਥੇ ਤੇ ਇੱਕ ਨਿਸ਼ਾਨ ਹੋਵੇਗਾ। ਦੂਸਰੇ ਸ਼ਬਦਾਂ ਵਿੱਚ, ਜੇਕਰ ਅਸੀਂ ਪਰਮੇਸ਼ਵਰ ਦੀ ਵਿਵਸਥਾ ਮੰਨਦੇ ਹਾਂ, ਤਦ ਅਸੀਂ ਆਪਣੇ ਮੱਥੇ ਤੇ ਅਤੇ ਆਪਣੇ ਹੱਥ ਤੇ ਇੱਕ ਨਿਸ਼ਾਨ ਪ੍ਰਾਪਤ ਕਰ ਸਕਦੇ ਹਾਂ। ਪਰ ਕੀ ਹੋਵੇਗਾ ਜੇਕਰ ਅਸੀਂ ਪਰਮੇਸ਼ਵਰ ਦੇ ਹੁਕਮਾਂ ਨੂੰ ਨਹੀਂ ਪਰ ਸ਼ੈਤਾਨ ਦੇ ਹੁਕਮਾਂ ਨੂੰ ਮੰਨੀਏ? ਅਸੀਂ ਆਪਣੇ ਮੱਥਿਆਂ ਤੇ ਜਾਂ ਆਪਣੇ ਹੱਥ ਤੇ ਕੀ ਪ੍ਰਾਪਤ ਕਰਾਂਗੇ? ਇਸ ਮਾਮਲੇ ਵਿੱਚ ਵੀ ਅਸੀਂ ਇੱਕ ਨਿਸ਼ਾਨ ਪ੍ਰਾਪਤ ਕਰਾਂਗੇ। ਭਾਵੇਂ ਅਸੀਂ ਪਰਮੇਸ਼ਵਰ ਦੇ ਹੁਕਮਾਂ ਨੂੰ ਮੰਨੀਏ ਜਾਂ ਸ਼ੈਤਾਨ ਦੇ ਹੁਕਮਾਂ ਨੂੰ ਮੰਨੀਏ, ਇੱਕ ਨਿਸ਼ਾਨ ਸਾਡੇ ਮੱਥੇ ਤੇ ਜਾਂ ਸਾਡੇ ਹੱਥ ਤੇ ਦਿੱਤਾ ਜਾਵੇਗਾ। ਸਾਰਿਆਂ ਨੂੰ ਉਹਨਾਂ ਵਿੱਚੋਂ ਇੱਕ ਪ੍ਰਾਪਤ ਹੋਵੇਗਾ। ਜੋ ਲੋਕ ਪਰਮੇਸ਼ਵਰ ਦੇ ਹੁਕਮ ਮੰਨਦੇ ਹਨ, ਉਹਨਾਂ ਨੂੰ ਪਰਮੇਸ਼ਵਰ ਦਾ ਨਿਸ਼ਾਨ ਪ੍ਰਾਪਤ ਹੋਵੇਗਾ। ਇਸ ਦੇ ਉਲਟ ਜੋ ਲੋਕ ਪਸ਼ੂ ਦੇ ਹੁਕਮਾਂ ਨੂੰ ਮੰਨਦੇ ਹਨ, ਉਹਨਾਂ ਨੂੰ ਪਸ਼ੂ ਦੀ ਮੋਹਰ ਪ੍ਰਾਪਤ ਹੋਵੇਗੀ। ਉਹ ਅੱਗ ਅਤੇ ਗੰਧਕ ਦੇ ਦਰਦ ਵਿੱਚ ਬੇਚੈਨ ਹੋਣਗੇ ਅਤੇ ਤੜਫਦੇ ਰਹਿਣਗੇ, ਜਿੱਥੇ ਉਹਨਾਂ ਦਾ ਦਰਦ ਦਾ ਧੂਆਂ ਯੁਗੋ ਯੁਗ ਬਲਦਾ ਰਹੇਗਾ। ਪਰਮੇਸ਼ਵਰ ਨੇ ਰਸੂਲ ਯਹੂਨਾ ਦੁਆਰਾ ਸਾਨੂੰ ਇਹ ਪ੍ਰਕਾਸ਼ਨ ਦਿਖਾਇਆ। ਜਿਵੇਂ ਅਸੀਂ ਦੇਖ ਸਕਦੇ ਹਾਂ, ਪਰਮੇਸ਼ਵਰ ਦੇ ਹੁਕਮ ਜੋ ਅੱਜ ਅਸੀਂ ਮਨਾ ਰਹੇ ਹਾਂ, ਉਹ ਰਾਹ ਹੈ ਜੋ ਪਰਮੇਸ਼ਵਰ ਨੇ ਸਾਡੀ ਮੁਕਤੀ ਦੇ ਲਈ ਪ੍ਰਦਾਨ ਕੀਤਾ ਹੈ। ਮੈਂ ਪ੍ਰਾਰਥਨਾ ਕਰਦਾ ਹਾਂ ਕਿ ਮੁਕਤੀ ਦੇ ਰਾਹ ਤੇ ਕੋਈ ਵੀ ਅਤੇ ਇੱਕ ਆਤਮਾ ਵੀ ਨਹੀਂ ਡਿੱਗੇਗੀ, ਜਾਂ ਸਬਤ ਦਾ ਦਿਨ, ਪਸਾ ਅਤੇ 3 ਵਾਰ ਵਿੱਚ 7 ਪਰਬ ਵਰਗੇ ਨਵੇਂ ਨੇਮ ਦੇ ਕਿਸੇ ਵੀ ਸੱਚ ਨੂੰ ਨਹੀਂ ਗਵਾਏਗੀ। ਆਓ ਅਸੀਂ ਦਾਊਦ ਦੇ ਵਾਂਗ ਵਿਸ਼ਵਾਸ ਰੱਖੀਏ, ਜਿਸ ਨੇ ਕਿਹਾ, ਇਸ ਲਈ ਮੈਂ ਤੇਰੇ ਹੁਕਮਾਂ ਨਾਲ ਸੋਨੇ, ਸਗੋਂ ਕੁੰਦਨ
ਸੋਨੇ ਨਾਲੋਂ ਵੱਧ ਪ੍ਰੀਤ ਰੱਖਦਾ ਹਾਂ ਅਤੇ ਪਰਮੇਸ਼ਵਰ ਨੇ ਸਾਡੇ ਲਈ ਜੋ ਰਾਹ ਤਿਆਰ ਕੀਤਾ ਹੈ ਉਸ ਦਾ ਪਾਲਨ ਕਰੀਏ। ਤੁਹਾਡਾ ਬਹੁਤ ਬਹੁਤ ਧੰਨਵਾਦ।